ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਪਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ ਏਕ ਉਤਮ ਪੰਥ ਸੁਣਿਓ ਗੁਰ ਸੰਗਤ ਤੇ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖੋ ਸ਼ਰਨਾਈ ਏਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰੱਖੋ ਸ਼ਰਨਾਈ ਧੰਨ ਧੰਨ ਰਾਮਦਾਸ ਗੁਰ ਜਿਨ ਸਿਦਿਆ ਤਿਨੈ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਨ ਹਾਰੈ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਅਟਲ ਅਥਾ ਅਤੁਲ ਤੂੰ ਤੇਰਾ ਅੰਤ ਨਾ ਪਰਵਰਿਆ ਜਿਨਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ
ਲਭ ਲੋਭ ਕਾਮ ਕ੍ਰੋਧ ਮੋਹ, ਮਾਰ ਕੱਢੇ ਤੁਧ ਸਾ ਪਰਵਾਰਿਆ। ਧਨ ਸੋ ਤੇਰਾ ਥਾਨ ਹੈ, ਸੱਚ ਤੇਰਾ ਪੈਸ਼ ਕਾਰਿਆ। ਨਾਨਕ ਤੂੰ ਲੈਣਾ ਤੂੰ ਹੈ, ਗੁਰ ਅਮਰ ਤੂੰ ਵਿਚਾਰਿਆ। ਗੁਰ ਡਿਠਾ ਮਨ ਸਾਧਾਰਿਆ। ਨਾਨਕ ਤੂੰ ਲੈਣਾ ਤੂੰ ਹੈ, ਗੁਰ ਅਮਰ ਤੂੰ ਵਿਚਾਰਿਆ। ਗੁਰ ਡਿਠਾ ਤਾ ਮਨ ਸਾਧਾਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਜਿਨ੍ਹਾਂ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਅੰਦਰ ਸ਼ਾਮਾਂ ਵੇਲੇ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਗੁਰਬਾਣੀ ਪੜ੍ਹ ਸੁਣ ਕੇ ਸਤ ਸੰਗਤ ਕਰਕੇ ਆਪਣਾ ਮਨੁੱਖਾ ਜੀਵਨ ਸਫਲਾ ਕਰ ਰਹੇ ਅਤੀ ਸਤਿਕਾਰਯੋਗ ਗੁਰੂ ਸਵਾਰੇ ਸਤ ਸੰਗੀ ਜਨੋ, ਆਓ ਸਤਿਗੁਰਾਂ ਦੀ ਕਿਰਪਾ ਦੇ ਸਦਕਾ ਪਾਵਨ ਬਾਣੀ ਦੇ ਸ਼ਬਦ ਕੀਰਤਨ ਆਪ ਜੀ ਨੇ ਬੜੇ ਪਿਆਰ ਦੇ ਨਾਲ ਸਰਵਣ ਕੀਤੇ ਨੇ। ਨੇਤਾ ਪ੍ਰਤੀ ਦੀ ਤਰ੍ਹਾਂ ਚੌਥੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਜੀਵਨ ਦੀਆਂ ਅਮੋਲਕ ਵਿਚਾਰਾਂ ਸਾਰੇ ਜਣੇ ਮਿਲ ਕੇ ਸਾਂਝ ਪਾਉਣ ਦਾ ਯਤਨ ਕਰੀਏ। ਕੱਲ ਦੇ ਦੀਵਾਨਾਂ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ ਕਿ ਤੀਸਰੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਸਰੀਰਕ ਅਵਸਥਾ ਕਰਕੇ ਬਹੁਤ ਬਜ਼ੁਰਗ ਹੋ ਚੁੱਕੇ ਨੇ। ਉਮਰ ਤਕਰੀਬਨ 94 ਸਾਲ ਦੀ ਹੋ ਚੁੱਕੀ ਹੈ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੀ ਰੱਬੀ ਜੋਤ ਜਿਹੜੀ ਸੀ ਉਹ ਭਾਈ ਲਹਿਣਾ ਦੇ ਵਿੱਚ ਰੱਖ ਕੇ ਗੁਰੂ ਅੰਗਦ ਦੇਵ ਮਹਾਰਾਜ ਜੀ ਬਣਾ ਕੇ ਉਹਨਾਂ ਨੂੰ ਗੁਰਤਾ ਗੱਦੀ ਉੱਤੇ ਸੁਭਾਈਮਾਨ ਕਰ ਦਿੱਤਾ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਕਿਰਪਾ ਕੀਤੀ, ਬਜ਼ੁਰਗ ਅਵਸਥਾ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਗੁਰਤਾ ਗੱਦੀ ਉੱਤੇ ਸੁਭਾਈਮਾਨ ਕਰ ਦਿੱਤਾ। ਅੱਜ ਸਮਾਂ ਆਇਆ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਚੌਥੇ ਰੂਪ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਚੌਥੇ ਰੂਪ ਦੇ ਵਿੱਚ ਗੁਰਤਾ ਗੱਦੀ ਉੱਤੇ ਸੁਭਾਈਮਾਨ ਕੀਤਾ। ਆਪਣੇ ਕੋਲ ਜਿੰਨੀ ਵੀ ਬਾਣੀ ਇਕੱਤਰ ਹੋਈ ਸੀ ਉਹ ਬਾਣੀ ਦੀਆਂ ਪਾਵਨ ਪੋਥੀਆਂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਭੇਟ ਕੀਤੀਆਂ ਤੇ ਸਤਿਗੁਰਾਂ ਨੂੰ ਗੁਰਤਾ ਗੱਦੀ ਦੇ ਉੱਤੇ ਸੁਭਾਈਮਾਨ ਕਰ ਦਿੱਤਾ। ਕੱਲ ਆਪਾਂ ਇੱਥੇ ਸਮਾਪਤੀ ਕੀਤੀ ਸੀ ਕਿ ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਗੁਰਤਾ ਗੱਦੀ ਉੱਤੇ ਸੁਭਾਈਮਾਨ ਕੀਤਾ ਗਿਆ, ਉਸ ਵੇਲੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਆਪਣੇ ਸੁਪੁੱਤਰ ਸਭ ਤੋਂ ਪਹਿਲਾਂ ਬਾਬਾ ਮੋਹਰੀ ਜੀ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਨਮਸਕਾਰ ਕੀਤੀ। ਫਿਰ ਜਿੰਨੀਆਂ ਸਾਰੀਆਂ ਸੰਗਤਾਂ ਸਨ ਉਹਨਾਂ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਤੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਪਾਰ ਬ੍ਰਹਮ ਅਕਾਲ ਪੁਰਖ ਦਾ ਰੂਪ ਸਮਝ ਲਿਆ। ਪਰ ਬਾਬਾ ਸੁੰਦਰ ਜੀ ਨੇ ਨਾਲ ਬਚਨ ਕੀਤੇ, ਕੋਈ ਕਰ ਬਖੀਲੀ ਨਿਮੈ ਨਾਹੀ, ਫਿਰ ਸਤਿਗੁਰ ਆਣ ਨਿਵਾਇਆ।
उस वेले हो सकता है कोई जीव इस तरह का भी होवे जिन्हें गुरु साहब जी के पिछले जीवन नूं देख के कहा होवे कि अज मैं इन्हां दे चरनां विच नमस्कार करा। पर जदों गुरु अमरदास महाराज जी ने बचन कर दिते फिर सारा जगत धन गुरु रामदास महाराज जी के चरनां दे विच नमस्कार करदा है। गुरु रामदास महाराज जी गुरु अमरदास महाराज जी का शुकराना करदियां होइयां उन्हां दे चरनां ते नमस्कार कीती ते बचन कीते, जो हमरी बिद होती मेरे सतगुरा सा बिद तुम हर जानो आपे, हम रुड़ते फिरते कोई बात ना पूछता, गुर सतगुर संग कीरे हम थापे, धन धन गुरु नानक जन केरा, जित मिलिया चूके सब सोग संतापे। धन गुरु अमरदास महाराज जी ये तेरी रहमत हुई है, तू कृपा कीती है। एक गलियां दे कख वर्गे नूं एक छोटे जहे कीड़े नूं तू एडी वड्डी बादशाही बख्शिश कर देती है। धन गुरु अमरदास महाराज जी आप संगत दे विच जाके सुभाईमान हुंदे ने ते गुरता गद्दी दे उत्ते धन गुरु रामदास महाराज जी नूं सुभाईमान कर देंदे ने। गुरु रामदास महाराज जी फिर एक बारी बेनती करते हैं, ये जिन्नियां बख्शिशां होईयां गोइंदवाल साहब जी की पवित्र धरती दे उत्ते गुरु रामदास महाराज जी दे उत्ते गुरु अमरदास महाराज जी दियां सारियां बख्शिशां जिहड़ियां सन वो वरियां ते अज चवर छत्र तखत दे मालक भी गोइंदवाल साहब जी की पवित्र धरती दे उत्ते ही गुरता गद्दी की प्राप्ति हुई है। सतगुरु जी गुरता गद्दी उत्ते सुभाईमान हो करके जिस तरह हरेक गुरु साहबान गुरता गद्दी दे उत्ते सुभाईमान होके जिथे धन गुरु नानक साहब महाराज जी की पवित्र पावन बाणी दे विच वादा करते हैं, अपने कोलों बाणी बख्शी करते हैं, उत्थे अगला गुरु साहबान जिहड़ा वो अपना एक नवां नगर वसा के उस थान दे उत्ते गुरु नानक साहब महाराज जी के घर का प्रचार जिहड़ा वो आरंभ हुंदा है। बेनती करा, गुरु नानक साहब महाराज जी ने गुरता गद्दी करतारपुर साहब भाई लहणा जी नूं दे के गुरु अंगद देव बनाया सी ते उन्हां नूं खडूर साहब की धरती दे उत्ते भेज दिता सी। खडूर साहब नगर गुरु साहब जी गुरु अंगद देव महाराज जी ने वसाया। गुरता गद्दी खडूर साहब विखे दिती जाती है गुरु अमरदास महाराज जी नूं ते गुरु अमरदास महाराज जी गोइंदवाल साहब जाके नगर वसाते हैं। अज चौथे पातशाह का समा आया, गोइंदवाल साहब विखे गुरता गद्दी की प्राप्ति हुई है ते धन गुरु रामदास महाराज जी ने नगर वसाया जिहड़ा अज दे समय दे विच अमृतसर साहब नगर है। ये गुरु रामदास महाराज जी का वसाया है। थोड़े जे पिछोकड़ दे वाल जे झांक मारीए, जिस थान के उत्ते अज गुरुद्वारा साहब सुभाईमान इदा कह रही अमृतसर साहब जी की पवित्र धरती के उत्ते पहले पातशाह धन धन साहब श्री गुरु नानक देव महाराज जी ने उस जगह के उत्ते सब तो पहला कीर्तन किया होया जदों उदासियां की रंभता करते हैं ना गुरु साहब जी, ते सुल्तानपुर तो चलते हैं। सुल्तानपुर तो चल के इस थान के उत्ते उदों नगर नहीं है, उदों पिछे आप जी ने इतिहास श्रवण किया, अगले समय के विच भी इतिहास साझा करना है कि इत्थे एक कोड़ी जिहड़ा सी पिंड वालियां ने नगर वालियां ने बाहर पिंड तो कढ़ के उन्होंने कुल्ली बना के दे दी सी ते इस स्थान के उत्ते सी। इत्थे गुरु नानक साहब महाराज जी ने भाई मरदाना जी तो रबाब बजा के इस थान के उत्ते कीर्तन किया सी। इस थान के उत्ते गुरु अंगद देव महाराज जी के चरण पए ते इस जगह नूं धन गुरु अमरदास महाराज जी ने खरीदिया। ये गल्लां सानूं सारियां पता होणियां चाहिए। जिहड़ी हरमंदर साहब वाली जगह है, ये जगह साडी मुल खरीदी हुई है। वैसे उस वेले दीयां हुकूमतां ने कईयां ने आके कहा सी भई ये जिहड़ी जगह असीं फ्री तौर ते देने आ गुरु घर दे वास्ते, पर गुरु साहिबां ने तुसीं अज देखो अज ते मुल खरीदी हुई है ते कई हक जमा के बैठे, कोई कहंदा इत्थे मंदिर सी जी, कोई कहंदा कुछ सी।
ਗੁਰੂ ਸਾਹਿਬਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਸਿੱਖ ਨੂੰ ਜੀਵਨ ਦੇ ਵਿੱਚ ਕਿਸੇ ਤਰ੍ਹਾਂ ਦੀ ਕਿਸੇ ਔਖਿਆਈ ਦਾ ਸਾਹਮਣਾ ਨਾ ਕਰਨਾ ਪਵੇ, ਕੋਈ ਇਸ ਘਰ ਦੇ ਉੱਤੇ ਉਂਗਲ ਨਾ ਚੁੱਕੇ। ਸਤਿਗੁਰਾਂ ਨੇ ਆਪਣੇ ਕੋਲੋਂ ਧਨ ਦੇ ਕੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਜ਼ਮੀਨ ਖਰੀਦੀ ਸੀ ਤੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਰਪਾ ਰਹਿਮਤ ਬਖਸ਼ੀ ਕੀਤੀ। ਚੱਕ ਰਾਮਦਾਸ ਨਗਰ ਇਸ ਥਾਂ ਦੇ ਉੱਤੇ ਵਸਾਇਆ, ਜਿਹੜਾ ਪਹਿਲਾ ਨਾਮ ਰੱਖਿਆ ਗਿਆ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਰਪਾ ਰਹਿਮਤ ਬਖਸ਼ੀ ਕੀਤੀ, ਜਿੱਥੇ ਸਤਿਗੁਰੂ ਜੀ ਸੰਗਤ ਨੂੰ ਸੱਚ ਦਾ ਉਪਦੇਸ਼ ਬਖਸ਼ਿਸ਼ ਕਰਦੇ ਨੇ, ਗੁਰਤਾ ਗੱਦੀ ਦੇ ਉੱਤੇ ਸੁਭਾਏਮਾਨ ਹੋ ਕੇ। ਜਿੱਥੇ ਗੁਰੂ ਰਾਮਦਾਸ ਮਹਾਰਾਜ ਜੀ ਪਾਵਨ ਬਾਣੀ ਬਖਸ਼ਿਸ਼ ਕਰ ਰਹੇ ਨੇ ਗੁਰਤਾ ਗੱਦੀ ਤੇ ਸੁਭਾਏਮਾਨ ਹੋ ਕੇ, ਉੱਥੇ ਸਤਿਗੁਰਾਂ ਨੇ ਇਹ ਪਾਵਨ ਅਸਥਾਨ ਦੇ ਉੱਤੇ ਨਗਰ ਵਸਾਇਆ ਤੇ ਪਾਵਨ ਬਾਣੀ ਦੇ ਸਤਿਗੁਰਾਂ ਦੇ ਬਚਨ ਪੜ੍ਹਦੇ ਹੋ ਤੁਸੀਂ। ਬਾਣੀ ਦੇ ਅੰਦਰ ਸਤਿਗੁਰੂ ਜੀ ਕਹਿੰਦੇ, ਪੂਰਨ ਤਾਲ ਖਟਾਇਆ ਅੰਮ੍ਰਿਤ ਸਰ ਵਿੱਚ ਜੋਤ ਜਗਾਈ। ਜਿਹੜਾ ਤਾਲ ਹੈ ਨਾ, ਜਿਹੜਾ ਤਲਾਬ ਹੈ, ਭਾਵ ਜਿਹੜਾ ਸਰੋਵਰ ਹੈ, ਉਹ ਪੂਰਨ ਤੌਰ ਤੇ ਖਦਵਾਈ ਵੀ ਜਿਹੜੀ ਹੈ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਰਵਾਈ ਹੋਈ ਹੈ ਇਸ ਥਾਂ ਦੇ ਉੱਤੇ। ਸਤਿਗੁਰੂ ਜੀ ਗੁਰਤਾ ਗੱਦੀ ਦੇ ਉੱਤੇ ਸੁਭਾਏਮਾਨ ਹੋਏ। ਇੱਕ ਬੇਨਤੀ ਕਰਾਂ, ਬੜੀ ਜ਼ਰੂਰੀ ਹੈ। ਗੁਰੂ ਰਾਮਦਾਸ ਮਹਾਰਾਜ ਜੀ ਨੇ ਸਿੱਖਿਆ ਕਿਹੜੇ ਕੇਂਦਰ ਤੋਂ ਲਈ, ਕਿਹਦੇ ਕੋਲੋਂ ਲਈ, ਅੱਜ ਤੱਕ ਇਤਿਹਾਸ ਨਹੀਂ ਦੱਸ ਸਕਿਆ। ਬੜੇ ਵੱਡੇ ਵੱਡੇ ਵਿਦਵਾਨ ਆਏ ਕਿ ਗੁਰੂ ਰਾਮਦਾਸ ਮਹਾਰਾਜ ਜੀ ਨੇ ਪੜ੍ਹਾਈ ਕਿਹੜੇ ਸਮੇਂ ਕੀਤੀ ਹੈ, ਗੁਰੂ ਸਾਹਿਬ ਜੀ ਨੇ ਸਿੱਖਿਆ ਕਿਹਦੇ ਕੋਲੋਂ ਲਈ ਹੈ। ਕੋਈ ਮਾੜੀ ਮੋਟੀ ਗੱਲ ਨਹੀਂ ਸੀ, ਧਿਆਨ ਦਿਓ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ 19 ਰਾਗਾਂ ਦੇ ਵਿੱਚ ਹੈ। ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ 17 ਰਾਗਾਂ ਦੇ ਵਿੱਚ ਹੈ। ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਸ਼ਲੋਕ ਨੇ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ 19 ਰਾਗਾਂ ਦੇ ਵਿੱਚ 11 ਰਾਗਾਂ ਦਾ ਹੋਰ ਵਾਧਾ ਕੀਤਾ। ਜਦੋਂ ਬਾਣੀ ਬਖਸ਼ਿਸ਼ ਕੀਤੀ, ਵੈਸੇ ਸਤਿਗੁਰਾਂ ਦੇ ਕਿਸੇ ਵੀ ਸਤਿਗੁਰੂ ਦੇ ਪੂਰੇ ਜੀਵਨ ਦਾ ਨਿਚੋੜ ਜਿਹੜੀ ਆ ਉਹ ਪਾਵਨ ਬਾਣੀ ਹੈ। ਜਿੱਦਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਵਾਸਤੇ ਕਹਿੰਦੇ ਨਾ ਕਿ ਜਿਹੜਾ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਹੈ ਨਾ, ਇਹ ਸਤਿਗੁਰਾਂ ਨੇ ਇੱਕ ਥਾਂ ਦੇ ਉੱਤੇ ਬਹਿ ਕੇ ਨਹੀਂ ਉਚਾਰੀ ਹੋਈ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪੂਰੇ ਜੀਵਨ ਕਾਲ ਦਾ ਨਿਚੋੜ ਹੈ। ਇੱਕ ਇੱਕ ਸ਼ਬਦ, ਇੱਕ ਇੱਕ ਪੌੜੀ ਜਿਹੜੀ ਹੈ ਨਾ, ਉਹ ਵੱਖਰੀਆਂ ਵੱਖਰੀਆਂ ਥਾਵਾਂ ਤੇ ਵੱਖਰੇ ਵੱਖਰੇ ਸਮੇਂ ਦੇ ਵਿੱਚ ਉਚਾਰੀ ਹੋਈ ਹੈ। ਪੂਰੇ ਜੀਵਨ ਦੇ ਵਿੱਚ ਗੁਰੂ ਸਾਹਿਬ ਜੀ ਨੇ ਪਾਵਨ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਉਚਾਰ ਕੇ ਬਖਸ਼ੀ ਕਰਕੇ ਇੱਕ ਬਾਣੀ ਇਕੱਤਰ ਕੀਤੀ ਹੈ ਤੇ ਨਾਮ ਜਪ ਦਿੱਤਾ। ਇਹ ਇੱਕ ਦਿਨ ਜਾਂ ਇੱਕ ਸਮੇਂ ਇੱਕ ਥਾਂ ਦੇ ਉੱਤੇ ਬਹਿ ਕੇ ਬਖਸ਼ਿਸ਼ ਨਹੀਂ ਕੀਤੀ ਹੋਈ। ਇਸੇ ਤਰ੍ਹਾਂ ਸਮਾਂ ਚੱਲਦਿਆਂ ਚੱਲਦਿਆਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਗੁਰਤਾ ਗੱਦੀ ਉੱਤੇ ਸੁਭਾਏਮਾਨ ਹੋ ਕਰਕੇ ਆਪਣੇ ਕੋਲੋਂ ਪਾਵਨ ਬਾਣੀ 647 ਸ਼ਬਦ, ਧਿਆਨ ਵਿੱਚ ਰੱਖਿਓ, 647 ਸ਼ਬਦ 30 ਰਾਗਾਂ ਦੇ ਵਿੱਚ ਬਖਸ਼ੀ ਕੀਤੇ ਨੇ। ਫਿਰ ਬੇਨਤੀ ਕਰਾਂ, ਪਹਿਲਾਂ 19 ਰਾਗਾਂ ਤੱਕ ਬਾਣੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਪਾਵਨ ਬਾਣੀ ਬਖਸ਼ੀ ਕਰ ਦਿੱਤੀ ਹੈ। ਭਗਤ ਸਾਹਿਬਾਨਾਂ ਦੀ ਪਾਵਨ ਬਾਣੀ ਇਕੱਤਰ ਹੋ ਚੁੱਕੀ ਹੈ। ਗੁਰੂ ਅੰਗਦ ਦੇਵ ਮਹਾਰਾਜ ਜੀ ਦੇ 63 ਸ਼ਲੋਕ ਨੇ। ਗੁਰੂ ਅਮਰਦਾਸ ਮਹਾਰਾਜ ਜੀ ਨੇ 17 ਰਾਗਾਂ ਦੇ ਵਿੱਚ ਪਾਵਨ ਬਾਣੀ ਉਚਾਰੀ ਹੈ। ਪਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ, ਜਿਨ੍ਹਾਂ ਨੂੰ ਲੋਕ ਯਤੀਮ ਕਹਿੰਦੇ ਸੀ, ਉਹਨਾਂ ਦੇ ਉੱਤੇ ਏਡੀ ਰਹਿਮਤ ਕਿੱਥੋਂ ਵਰਸੀ। ਉਹਨਾਂ ਨੇ ਆਪਣੇ ਕੋਲੋਂ 19 ਰਾਗ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵਾਲੇ ਬਖਸ਼ੇ। 19 ਰਾਗਾਂ, ਉਹਨਾਂ ਨੂੰ 19 ਰਾਗਾਂ ਵਿੱਚ ਪਾਵਨ ਬਾਣੀ ਬਖਸ਼ ਕੀਤੀ ਤੇ 11 ਰਾਗ ਹੋਰ ਆਪਣੇ ਕੋਲੋਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਖਸ਼ੀ ਕੀਤੇ। 11 ਰਾਗਾਂ ਦਾ ਵਾਧਾ ਕਰਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਘਰ ਦੀ ਪਾਵਨ ਬਾਣੀ ਚੌਥੇ ਪਾਤਸ਼ਾਹ ਦੇ ਤੱਕ ਹੀ 30 ਰਾਗਾਂ ਦੇ ਵਿੱਚ ਪਾਵਨ ਬਾਣੀ ਬਖਸ਼ੀ ਕਰ ਦਿੱਤੀ ਗਈ ਸੀ। ਫਿਰ ਪੰਜਵੇਂ ਪਾਤਸ਼ਾਹ ਨੇ ਵੀ 30 ਰਾਗ ਵਰਤੇ ਤੇ ਫਿਰ ਅੱਗੇ ਇੱਕ ਨਵਾਂ ਰਾਗ ਜਿਹੜਾ ਸੀ ਉਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਅਖੀਰ ਵਾਲਾ ਰਾਗ ਜੈਜਾਵੰਤੀ ਜਿਹੜਾ ਆਪ ਜੀ ਪੜ੍ਹਦੇ ਹੋ, ਉਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਬਖਸ਼ੀ ਕੀਤਾ ਹੋਇਆ ਹੈ। ਸੰਪੂਰਨ ਪਾਵਨ ਬਾਣੀ 31 ਰਾਗਾਂ ਦੇ ਵਿੱਚ ਹੈ ਤੇ 30 ਰਾਗ ਜਿਹੜੇ ਨੇ ਉਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਖਸ਼ਿਸ਼ ਕੀਤੇ ਹੋਏ।
ਪਾਵਨ ਬਾਣੀ ਦੇ ਬਚਨ, ਵੈਸੇ ਸਾਰੀ ਦੀ ਸਾਰੀ ਪਾਵਨ ਬਾਣੀ ਦੇ ਅੰਦਰ ਕੋਈ ਮਤਭੇਦ ਨਹੀਂ ਕਿਸੇ ਤਰ੍ਹਾਂ ਦਾ। ਸਾਰੀ ਦੀ ਸਾਰੀ ਪਾਵਨ ਬਾਣੀ ਦੁੱਖਾਂ ਦਾ ਨਾਸ਼ ਕਰਨ ਵਾਲੀ ਏ। ਸਾਰੀ ਦੀ ਸਾਰੀ ਪਾਵਨ ਬਾਣੀ ਸਾਨੂੰ ਸੱਚ ਦਾ ਉਪਦੇਸ਼ ਦਿੰਦੀ ਏ। ਸਾਰੀ ਦੀ ਸਾਰੀ ਪਾਵਨ ਬਾਣੀ ਸਾਨੂੰ ਜੀਵਨ ਸਵਾਰਨ ਵਾਸਤੇ ਪ੍ਰੇਰਿਤ ਕਰਦੀ ਏ। ਸਾਰੀ ਦੀ ਸਾਰੀ ਪਾਵਨ ਬਾਣੀ ਸਾਨੂੰ ਇਹ ਬਖਸ਼ਿਸ਼ਾਂ ਕਰਦੀ ਏ ਕਿ ਭਾਈ ਆਪਣਾ ਬਾਹਰੀ ਤੌਰ ਤੇ ਜੀਵਨ ਤਿਆਗ ਕੇ ਗੁਰੂ ਨਾਨਕ ਸਾਹਿਬ ਦੇ ਘਰ ਆ ਜਾ, ਆਪਣੇ ਜੀਵਨ ਨੂੰ ਸੁਚੱਜਾ ਬਣਾ ਲੈ ਜੇ ਦੁਨੀਆ ਦੇ ਭਵ ਸਾਗਰ ਤੋਂ ਪਾਰ ਹੋਣਾ ਚਾਹੁੰਦਾ। ਬਾਣੀ ਵਿੱਚ ਕੋਈ ਮਤਭੇਦ ਨਹੀਂ। ਤਾਂ ਮੈਂ ਬੇਨਤੀ ਕਰਨ ਲੱਗਿਆ ਕਿ ਧੰਨ ਗੁਰੂ ਰਾਮਦਾਸ ਮਹਾਰਾਜ ਜਿਹੜਾ ਆਪਾਂ ਸ਼ੁਰੂ ਤੋਂ ਲੈ ਕੇ ਜੀਵਨ ਵਿੱਚ ਆ ਰਿਹਾ ਹੈ, ਕਦੀ ਕਿਸੇ ਨੇ ਸੋਚਿਆ ਸੀ ਕਿ ਗੁਰੂ ਰਾਮਦਾਸ ਮਹਾਰਾਜ ਜੀ ਏਡੀ ਵੱਡੀ ਕਿਰਪਾ ਦੇ ਮਾਲਕ ਹੋ ਸਕਦੇ ਨੇ ਕਿ ਉਹ ਚਵਰ ਛਤਰ ਤਖਤ ਦੇ ਮਾਲਕ ਬਣ ਕੇ ਤੇ ਪਾਵਨ ਬਾਣੀ ਉਚਾਰਨ ਕਰਕੇ ਜਿਹੜੀ ਰਹਿੰਦੀ ਦੁਨੀਆ ਦੇ ਤੱਕ ਲੋਕ ਜੀਵਨ ਵਿੱਚ ਵਸਾ ਕੇ ਸੱਚ ਪ੍ਰਾਪਤ ਕਰਦੇ ਰਹਿਣਗੇ, ਆਪਣਾ ਜੀਵਨ ਸਵਾਰਦੇ ਰਹਿਣਗੇ। ਕਿਸੇ ਨੇ ਸੋਚਿਆ ਨਹੀਂ ਸੀ ਤੇ ਇਦਾਂ ਵੀ ਹੋ ਸਕਦਾ। ਪਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਜਿਵੇਂ ਜਿਵੇਂ ਆਪ ਗੁਰੂ ਸਾਹਿਬ ਜੀ ਦੀ ਨੇੜਤਾ ਪ੍ਰਾਪਤ ਕੀਤੀ, ਸਿੱਖੀ ਦਾ ਜੀਵਨ ਪ੍ਰਾਪਤ ਕੀਤਾ, ਉਸੇ ਤਰ੍ਹਾਂ ਦੇ ਪਾਵਨ ਬਚਨ ਪਾਵਨ ਬਾਣੀ ਦੇ ਵਿੱਚ ਬਖਸ਼ੀ ਕਰ ਦਿੱਤੇ ਕਿ ਜੇਕਰ ਕੋਈ ਗੁਰੂ ਨੂੰ ਪ੍ਰਵਾਨ ਹੋਣਾ ਚਾਹੁੰਦਾ ਹੈ ਤੇ ਉਹ ਆ ਬਚਨਾਂ ਨੂੰ ਜੀਵਨ ਦੇ ਵਿੱਚ ਵਸਾ ਲੇ। ਗੁਰ ਸਤ ਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠ ਹਰ ਨਾਮ ਧਿਆਏ, ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ। ਆ ਜਿਹੜੇ ਬਚਨ ਨੇ ਨਾ ਗੁਰੂ ਰਾਮਦਾਸ ਮਹਾਰਾਜ ਜੀ ਦੇ। ਫਿਰ ਬੇਨਤੀ ਕਰਾਂ, ਬਾਣੀ ਵਿੱਚ ਕੋਈ ਮਤਭੇਦ ਨਹੀਂ। ਜਦੋਂ ਇਸ ਤਰ੍ਹਾਂ ਦੇ ਬਚਨ ਹੈ ਸਿੱਖ ਦੇ ਸਾਹਮਣੇ ਰੱਖੇ ਜਾਣ, ਆ ਸਵਾਲ ਹੈ ਨਾ ਸਾਡੇ ਸਾਹਮਣੇ ਵੀ ਰੱਬ ਨੂੰ ਕਿਵੇਂ ਜਪੀਏ। ਅੱਜ ਸਵਾਲ ਹੈ ਸਾਡੇ ਸਾਹਮਣੇ ਬਹੁਤ ਵੱਡਾ, ਹਰੇਕ ਮਨੁੱਖ ਦੇ ਅੱਗੇ, ਰੱਬ ਨੂੰ ਕਿਵੇਂ ਜਪੀਏ। ਸਾਡਾ ਮਨ ਨਹੀਂ ਟਿਕਦਾ। ਆ ਗੁਰੂ ਰਾਮਦਾਸ ਮਹਾਰਾਜ ਦਾ ਜੀਵਨ ਪੜ੍ਹ ਲਿਓ, ਸਮਝ ਲੱਗ ਜਾਣੀ ਰੱਬ ਨੂੰ ਕਿਵੇਂ ਜਪਿਆ ਜਾਣਾ। ਗੁਰੂ ਰਾਮਦਾਸ ਮਹਾਰਾਜ ਜੀ ਦਾ ਜੀਵਨ ਪੜ੍ਹ ਕੇ ਉਹਨਾਂ ਦੇ ਪਾਵਨ ਬਚਨਾਂ ਦੇ ਉੱਤੇ ਕਦੇ ਪਹਿਰਾ ਦੇ ਕੇ ਦੇਖਿਓ, ਸਮਝ ਲੱਗ ਜਾਏਗੀ ਰੱਬ ਨੂੰ ਕਿਵੇਂ ਪਾਇਆ ਜਾਣਾ। ਪੂਰੇ ਜੀਵਨ ਕਾਲ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਦੀ ਜਿੱਦਨ ਤੋਂ ਦਿਆਲਤਾ ਪ੍ਰਾਪਤ ਹੋ ਗਈ। ਬੇਨਤੀ ਜਿਹੜੀ ਕਰਨ ਲੱਗਿਆ ਧਿਆਨ ਨਾਲ ਸੁਣਿਓ, ਕਿਤੇ ਜੀਵਨ ਵਿੱਚ ਨਹੀਂ ਕਿ ਗੁਰੂ ਰਾਮਦਾਸ ਮਹਾਰਾਜ ਜੀ ਸਿੱਖੀ ਦੇ ਰੂਪ ਵਿੱਚ ਹੋਣ ਤੇ ਐਨ ਚੌਂਕੜਾ ਮਾਰ ਕੇ ਇੱਕ ਥਾਂ ਦੇ ਉੱਤੇ ਬੈਠੇ ਹੋਣ ਤੇ ਗੁਰੂ ਅਮਰਦਾਸ ਮਹਾਰਾਜ ਜੀ ਦਿਆਲ ਹੋ ਕੇ ਕਿਤੇ ਆਏ ਹੋਣ। ਭਲੀ ਭਾਂਤ ਜੀਵਨ ਜਾਣਦੇ ਹੋ ਤਕਰੀਬਨ ਆਪਾਂ ਸਾਰੇ ਹੀ ਗੁਰੂ ਸਾਹਿਬ ਗੁਰੂ ਰਾਮਦਾਸ ਮਹਾਰਾਜ ਦੇ ਜੀਵਨ ਤੋਂ ਸਾਰੇ ਜਾਣੂ ਹਾਂ ਤਕਰੀਬਨ। ਕੀ ਕੀਤਾ? ਪਹਿਲਾਂ 10 ਨੌਆਂ ਦੀ ਕੀਰਤ ਕੀਤੀ ਹੈ। ਜੇ ਮਾਤਾ ਪਿਤਾ ਦੁਨੀਆ ਤੋਂ ਚੜ੍ਹਾਈ ਕਰ ਗਏ ਬਚਪਨ ਦੇ ਵਿੱਚ ਤੇ ਸਿਰ ਦੇ ਉੱਤੇ ਟੋਕਰਾ ਚੁੱਕ ਕੇ ਗਲੀ ਗਲੀ ਦੇ ਵਿੱਚ ਘੁੰਗਣੀਆਂ ਵੇਚੀਆਂ ਗੁਰੂ ਰਾਮਦਾਸ ਮਹਾਰਾਜ ਜੀ ਨੇ। ਘੁੰਗਣੀਆਂ ਵੇਚਦਿਆਂ ਜੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੋਈਏ ਤੇ ਛੋਹ ਪ੍ਰਾਪਤ ਕਰਕੇ ਜਿੱਥੇ ਘੁੰਗਣੀਆਂ ਵਾਲਾ ਟੋਕਰਾ ਸੀ ਉੱਥੇ ਮਿੱਟੀ ਦਾ ਟੋਕਰਾ ਆ ਗਿਆ, ਉੱਥੇ ਸੇਵਾ ਵਾਲਾ ਟੋਕਰਾ ਸੀਸ ਦੇ ਉੱਤੇ ਆ ਗਿਆ। ਹੁਣ ਇੱਕ ਵੀ ਪਲ ਜੀਵਨ ਦਾ ਐਸਾ ਨਹੀਂ ਇਤਿਹਾਸ ਵਿੱਚ ਦਿਸਦਾ ਜਾਂ ਸਤਿਗੁਰਾਂ ਨੇ ਕਿਤੇ ਪਾਵਨ ਬਾਣੀ ਵਿੱਚ ਦੱਸਿਆ ਹੋਵੇ ਕਿ ਮੈਂ ਚੌਕੜਾ ਮਾਰ ਕੇ ਬੈਠਾ ਸੀ ਤੇ ਮੈਨੂੰ ਆ ਕੇ ਰੱਬ ਮਿਲ ਗਿਆ। ਮੈਨੂੰ ਗੁਰੂ ਅਮਰਦਾਸ ਮਹਾਰਾਜ ਜੀ ਆ ਕੇ ਗੱਲ ਬੱਕੜੀ ਵਿੱਚ ਲਿਆਣਾ। ਸੇਵਾ ਕਰਦਿਆਂ ਜਦੋਂ ਕੱਪੜੇ ਵੀ ਮਿੱਟੀ ਦੇ ਨਾਲ ਲੱਥ-ਪੱਥ ਹੋਏ ਸਨ, ਸਰੀਰ ਵੀ ਜਦੋਂ ਲੱਥ-ਪੱਥ ਹੋਇਆ ਹੁੰਦਾ ਸੀ, ਉਦੋਂ ਗੁਰੂ ਅਮਰਦਾਸ ਮਹਾਰਾਜ ਜੀ ਦੇਖਦੇ ਲਾਹੌਰ ਦੇ ਸੋਢੀ ਆਏ, ਇਹਨਾਂ ਨੇ ਨਾ ਕੇ ਕਿਹਾ ਸਾਡੀ ਕੁੱਲ ਨੂੰ ਦਾਗ ਲਾ ਦਿੱਤਾ, ਇਸਨੇ ਤੋਂ ਸਿਰ ਮਾਟੀ ਪਾਈ, ਸਾਡੇ ਸਿਰ 'ਚ ਮਿੱਟੀ ਪਾ ਦਿੱਤੀ ਹੈ ਇਹਨੇ। ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਹਾ ਸੀ ਨਹੀਂ ਭੜਿਓ, ਕਦੇ ਮੇਰੀਆਂ ਨਜ਼ਰਾਂ ਨਾਲ ਤੱਕ ਕੇ ਦੇਖੋ, ਤੁਹਾਨੂੰ ਮਿੱਟੀ ਲੱਗਦੀ ਹੈ ਤੇ ਕੱਪੜਿਆਂ ਦੇ ਸਰੀਰ ਨੂੰ ਮਿੱਟੀ ਲੱਗੀ ਹੋਵੇਗੀ, ਮੈਨੂੰ ਤੇ ਦਿਸ ਰਿਹਾ ਇਹਦੇ ਸਿਰ ਦੇ ਉੱਤੇ ਚੌਰ ਛਤਰ ਝੁੱਲ ਰਿਹਾ। ਇਹ ਤੇ ਚੌਰ ਛਤਰ ਤਖਤ ਦੇ ਮਾਲਕ ਆਉਣ ਵਾਲੇ ਸਮੇਂ ਵਿੱਚ ਬਣਨ ਵਾਲੇ ਨੇ। ਤੁਹਾਨੂੰ ਮਿੱਟੀ ਦਿਸ ਰਹੀ ਹੈ, ਤੁਹਾਡੇ ਕੋਲ ਨਜ਼ਰਾਂ ਨਹੀਂ ਦੇਖਣ ਵਾਲੀਆਂ। ਇੰਨੇ ਤੇ ਤੁਹਾਡੀ ਕੁੱਲ ਨੂੰ ਸਵਾਰ ਦੇਣਾ, ਦਾਗ ਨਹੀਂ ਲਾਇਆ। ਇਹ ਤੁਹਾਡੀਆਂ ਕੁੱਲਾਂ ਨੂੰ ਲੱਗੇ ਹੋਏ ਜਿਹੜੇ ਦਾਗ ਨੇ, ਇਹ ਜੇਠਾ ਉਹ ਵੀ ਦਾਗ ਧੋ ਦੇਗਾ। ਅੱਜ ਉਹ ਸਮਾਂ ਆਇਆ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰਤਾ ਗੱਦੀ ਤੇ ਜਦੋਂ ਸੁਭਾਈਮਾਨ ਕੀਤਾ
ਕਿ ਦੁਨੀਆ ਦੇ ਲੋਕ, ਰਹਿੰਦੀ ਦੁਨੀਆ ਦੇ ਤੱਕ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਕਰਕੇ ਆਪਣਾ ਜੀਵਨ ਸਵਾਰਦੇ ਰਹਿਣਗੇ। ਜੋ ਮੈਂ ਬੇਨਤੀ ਕਰ ਰਿਹਾ ਸਾਂ ਕਿ ਜੀਵਨ ਦੇ ਵਿੱਚ ਇੱਕ ਵੀ ਐਸਾ ਸਮਾਂ ਨਹੀਂ ਜੇਕਰ ਗੁਰੂ ਦੀ ਦਿਆਲਤਾ ਪ੍ਰਾਪਤ ਹੋਈ ਹੈ ਤੇ ਸੇਵਾ ਕਰਕੇ ਹੋਈ ਹੈ, ਚੌਕੜੇ ਮਾਰ ਕੇ ਨਹੀਂ ਪ੍ਰਾਪਤ ਹੋਈ। ਸਾਰੇ ਗੁਰੂ ਸਾਹਿਬਾਨਾਂ ਦਾ ਤੁਸੀਂ ਜੀਵਨ ਪੜ੍ਹ ਕੇ ਦੇਖ ਲਿਓ। ਇਹਨਾਂ ਇਸ ਤੋਂ ਵੱਡੀ ਕੋਈ ਉਦਾਹਰਨ ਜਿਹੜੀ ਕੋਈ ਦੇ ਨਹੀਂ ਸਕਦਾ। ਕਿਸੇ ਮਨੁੱਖ ਦੀ ਉਦਾਹਰਨ ਦਿੱਤੀ ਹੋਵੇ ਕਿ ਉਹ ਵੱਖਰੀ ਗੱਲ ਹੈ, ਇਹ ਗੁਰੂ ਸਾਹਿਬਾਂ ਦੀਆਂ ਉਦਾਹਰਨਾਂ ਹੈ। ਸਿੱਖੀ ਜੀਵਨ ਦੇ ਵਿੱਚ ਜਦੋਂ ਗੁਰੂ ਦੀ ਦਿਆਲਤਾ ਪ੍ਰਾਪਤ ਕੀਤੀ ਹੈ ਤੇ ਸੇਵਾ ਕਰਦਿਆਂ, ਗੁਰੂ ਦੇ ਹੁਕਮ ਦੇ ਵਿੱਚ ਰਹਿੰਦਿਆਂ, ਤੇ ਗੁਰੂ ਦਾ ਹੁਕਮ ਕੀ ਹੈ? ਭਾਈ ਤੂੰ ਵਿਹਲਾ ਨਹੀਂ ਰਹਿਣਾ, 10 ਨੌਵਾਂ ਦੀ ਕੀਰਤ ਕਰਨੀ ਹੈ ਤੇ 10 ਨੌਵਾਂ ਦੀ ਕੀਰਤ ਕਰਕੇ ਉਹਦੇ ਵਿੱਚੋਂ ਵੀ ਦਸਵੰਧ ਕੱਢਣਾ, ਤੂੰ ਵਿਹਲਾ ਨਹੀਂ ਰਹਿਣਾ। ਪਰ ਅੱਜ ਦੁਨੀਆ ਦੀ ਰਵਾਨਗੀ ਬਦਲ ਦਿੱਤੀ ਅੱਜ ਦੇ ਬਾਬਿਆਂ ਨੇ, ਜਿਹੜੇ ਕੱਖ ਭੰਨ ਕੇ ਦੋਹਰਾ ਨਹੀਂ ਕਰਦੇ ਤੇ ਸੰਗਤ ਦੇ ਪੈਸੇ ਦੇ ਉੱਤੇ, ਸੰਗਤ ਦੀ ਮਾਇਆ ਦੇ ਉੱਤੇ ਆਸ਼ਾ ਕਰ ਰਹੇ ਨੇ। ਤੇ ਨਾ ਅੱਜ ਗੁਰੂ ਸਾਹਿਬਾਂ ਦਾ ਕਿ ਅਸੀਂ ਫਲਾਣੇ ਗੁਰੂ ਦੇ ਪੈਰੋਕਾਰ ਤੇ ਗੁਰੂਆਂ ਵਰਗੇ ਕਰਮ ਹੋਣੇ ਚਾਹੀਦੇ ਨੇ ਨਾ, ਤਾਂ ਬਣ ਸਕਦੇ ਆ। ਗੁਰੂ ਵਾਲੇ ਗੁਣ ਜੀਵਨ ਵਿੱਚ ਆਉਣਗੇ ਤੇ ਤਾਂ ਆਪਣਾ ਜੀਵਨ ਸਾਡਾ ਗੁਰੂ ਦੇ ਲੇਖੇ ਲੱਗ ਸਕਦਾ ਨਾ। ਤੇ ਗੁਰੂ ਨੇ ਕਿਹਾ ਵੀ ਆਹ ਰਾਹ ਹੈ ਤੇ ਮੈਂ ਜਾ ਇਸ ਰਾਹ ਨੂੰ ਰਿਹਾ ਤੇ ਮੈਂ ਗੁਰੂ ਦਾ ਪੈਰੋਕਾਰ ਕਿੱਥੇ ਹੋ ਸਕਦਾ? ਫਿਰ ਇਸ ਤਰ੍ਹਾਂ ਦੇ ਬਾਬੇ ਆ ਜੇਲ੍ਹਾਂ ਦੇ ਵਿੱਚ ਬੈਠੇ ਝਾਤੀਆਂ ਮਾਰਦੇ ਨੇ ਨਾ। ਤੇ ਫਿਰ ਜਿਹੜਾ ਉਹਨਾਂ ਦਾ ਪੁਜਾਰੀ ਬਣ ਗਿਆ, ਆਪ ਡੂਬੇ ਚੋ ਬੇਦ ਮੈਂ ਬੋਲੋ ਅੱਗੇ ਚੇਲੇ ਦੀਏ ਬਹਾਏ। ਫਿਰ ਜਿਹੜਾ ਆਪ ਜੇਲ੍ਹਾਂ ਵਿੱਚ ਬੈਠਾ ਤੇ ਉਹ ਸਾਨੂੰ ਕਿੱਥੇ ਰੱਖੇਗਾ? ਬਾਹਰ ਰੱਖੇਗਾ। ਜਿਹਦੇ ਕਦਮਾਂ ਦੇ ਉੱਤੇ ਚੱਲਾਂਗੇ ਸਾਡਾ ਰਾਹ ਵੀ ਤੇ ਉਹੀ ਹੈ ਨਾ। ਫਿਰ ਦੁਨੀਆ ਦੇ ਅੰਦਰ ਇੱਕ ਧਰਮ ਦੀ ਅਵਸਥਾ ਨੂੰ ਦੁਨੀਆ ਦੇ ਧਾਰਮਿਕ ਵਰਗ ਨੇ ਬਦਲ ਕੇ ਰੱਖ ਦਿੱਤਾ, ਰਾਹ ਹੀ ਬਦਲ ਕੇ ਰੱਖ ਦਿੱਤੇ ਵੀ ਧਰਮ ਦਾ ਰਾਹ ਕੋਈ ਹੋਰ ਹੀ ਦੱਸ ਦਿੱਤਾ। ਅੱਜ ਦੁਨੀਆ ਨੇ ਧਰਮ ਦੇ ਨਾਂ ਦਾ ਮਜ਼ਾਕ ਬਣਾਇਆ ਪਿਆ। ਬਾਬੇ ਦੇ ਮਜ਼ਾਕ ਬਣੇ ਪਏ ਨੇ ਕਿਉਂਕਿ ਅੱਜ ਪੜ੍ਹਿਆ ਲਿਖਿਆ ਵਰਗ ਹੈ, ਹਰੇਕ ਮਨੁੱਖ ਸਮਝਦਾ ਕਿ ਅਸਲੀਅਤ ਕੀ, ਸੱਚ ਕੀ ਹੈ। ਆ ਸੋਸ਼ਲ ਮੀਡੀਆ ਤੁਸੀਂ ਦੇਖਿਓ, ਉਹਨੇ ਇੱਕ ਕਹਾਣੀ ਜੀ ਬਣਾ ਕੇ ਪਾਈ ਹੋਈ, ਕਈ ਵਾਰੀ ਬੜੀ ਵੱਡੀ ਸਿੱਖਿਆ ਦੇ ਜਾਂਦੀਆਂ ਆਉਂਦੀਆਂ ਕਹਾਣੀਆਂ। ਉਹਨੇ ਕਹਾਣੀ ਜੀ ਬਣਾ ਕੇ ਪਾਈ, ਇੱਕ ਜੇਲ੍ਹ ਦੇ ਵਿੱਚੋਂ ਆਇਆ ਕੁਝ ਸਮਾਂ ਬਤੀਤ ਕਰਕੇ, ਕਹਿੰਦੇ ਵੀ ਜੇਲ੍ਹ ਦੇ ਵਿੱਚ ਇੰਨਾ ਚਿਰ ਰਹਿ ਆ, ਪੱਤਰਕਾਰ ਆ ਗਏ ਬਾਹਰ ਵੀ ਤੂੰ ਇੰਨਾ ਚਿਰ ਜੇਲ੍ਹ ਦੇ ਵਿੱਚ ਰਹਿ ਕੇ ਆਇਆ, ਕੀ ਸਿੱਖ ਕੇ ਆਇਆ ਜੇਲ੍ਹ ਵਿੱਚੋਂ? ਤੈਨੂੰ ਸਮਝ ਲੱਗੀ ਹੈ? ਕਿਉਂਕਿ ਔਗਣ ਕਰਨ ਵਾਲਾ ਜੇਲ੍ਹ ਦੇ ਵਿੱਚ ਜਾਂਦਾ ਹੈ, ਅੱਜ ਤੋਂ ਬਾਅਦ ਔਗਣ ਕਰੇਗਾ। ਕਿੱਦਾਂ ਦਾ ਬਣ ਕੇ ਆਇਆ? ਕਹਿੰਦੇ ਜੀ ਮੈਂ ਧਰਮੀ ਬਣ ਕੇ ਆਇਆ। ਕਹਿੰਦੇ ਕਮਾਲ ਦੀ ਗੱਲ ਹੈ, ਜੇਲ੍ਹ ਵਿੱਚ ਧਰਮੀ ਬਣ ਕੇ ਆਇਆ? ਕਹਿੰਦੇ ਉਹ ਕਿੱਦਾਂ? ਕਹਿੰਦੇ ਸਾਰੇ ਬਾਬੇ ਜੇਲ੍ਹ 'ਚ ਤੇ ਬੈਠੇ ਨੇ, ਜਿਹੜੇ ਬਾਹਰ ਸਮਝਾਉਂਦੇ ਸੀ ਜੇਲ੍ਹ ਦੇ ਵਿੱਚ ਸਾਰੇ ਬੈਠੇ ਨੇ, ਉਹਨਾਂ ਨੇ ਮੈਨੂੰ ਉੱਥੇ ਧਾਰਮਿਕ ਬਣਾ ਦਿੱਤਾ। ਕਹਿਣ ਤੋਂ ਭਾਵ ਇਹ ਸੀ ਕਿ ਜਿੱਦਾਂ ਜਿਸ ਤਰ੍ਹਾਂ ਦਾ ਸਾਡਾ ਜਿਹਨੂੰ ਆਪਾਂ ਪੂਜ ਰਹੇ ਆ ਨਾ, ਇੱਕ ਦਿਨ ਉਸ ਵਰਗੇ ਬਣਨਾ ਹੈ ਆਪਾਂ। ਜੇ ਅਸੀਂ ਗੁਰੂ ਦੇ ਪੁਜਾਰੀ ਆ ਤੇ ਸਤਿਗੁਰੂ ਜੀ ਕਹਿੰਦੇ ਇੱਕ ਦਿਨ ਐਸਾ ਆਏਗਾ ਸਿੱਖਾ ਤੂੰ ਗੁਰੂ 'ਚ ਸਮਾ ਜਾਏਗਾ। ਕਦੋਂ? ਜਦੋਂ ਤੇਰੇ ਵਿੱਚ ਗੁਰੂ ਵਾਲੇ ਗੁਣ ਭਰੇ ਜਾਣਗੇ, ਫਿਰ ਤੇਰੇ ਤੇ ਗੁਰੂ ਦੇ ਵਿੱਚ ਕੋਈ ਭੇਦ ਨਹੀਂ। ਅੱਜ ਗੁਰੂ ਅਮਰਦਾਸ ਮਹਾਰਾਜ ਜੀ ਤੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਵਿੱਚ ਕੋਈ ਭੇਦ ਨਹੀਂ ਰਿਹਾ ਕਿਸੇ ਤਰ੍ਹਾਂ ਦਾ। ਸਿੱਖੀ ਪ੍ਰਾਪਤ ਕੀਤੀ ਹੈ ਨਾ, ਪਹਿਲਾਂ ਗੁਰਤਾ ਗੱਦੀ ਦੇ ਬਾਅਦ ਵਿੱਚ ਆਈ ਹੈ। ਤੇ ਧੰਨ ਬਾਬਾ ਸੱਤਾ ਜੀ, ਬਾਬਾ ਬਲਵੰਡ ਜੀ, ਜਿਨ੍ਹਾਂ ਨੇ ਦੁਨੀਆ ਦੇ ਸਾਹਮਣੇ ਐਡੀ ਵੱਡੀ ਵਿਚਾਰ ਰੱਖ ਦਿੱਤੀ ਤੇ ਪਾਵਨ ਬਾਣੀ ਦੇ ਅੰਦਰ ਬਚਨ ਜਿਹੜੇ ਸਾਨੂੰ ਬਖਸ਼ੀ ਕਰ ਦਿੱਤੇ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿੰਨੇ ਸਵਾਰਿਆ। ਧੰਨ ਗੁਰੂ ਰਾਮਦਾਸ ਮਹਾਰਾਜ ਜੀ, ਤੈਨੂੰ ਜਿਹੜੇ ਰੱਬ ਨੇ ਦੁਨੀਆ ਦੇ ਅੰਦਰ ਪੈਦਾ ਕੀਤਾ ਨਾ, ਤੈਨੂੰ ਸੋਹਣਾ ਵੀ ਉਹਨੇ ਬਣਾਇਆ, ਤੈਨੂੰ ਸਵਾਰਨ ਵਾਲਾ ਵੀ ਉਹੀ ਹੈ ਜਿਹਨੇ ਤੈਨੂੰ ਦੁਨੀਆ ਦੇ ਅੰਦਰ ਪੈਦਾ ਕੀਤਾ। ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਹੁਣ ਕੋਈ ਕਰਾਮਾਤ ਤੋਂ ਘੱਟ ਥੋੜਾ ਇਹ ਗੱਲ ਵੀ ਇੱਕ ਕੋਈ ਯਤੀਮ ਬੱਚਾ ਹੋਵੇ ਤੇ ਕੁਝ ਹੀ ਸਮੇਂ ਦੇ ਵਿੱਚ ਐਸੀ ਬਖਸ਼ੋ ਚਬਰ ਸ਼ਤਰ ਤਖਤ ਦਾ ਮਾਲਕ ਬਣ ਕੇ ਬਹਿ ਜਾਏ। ਫਿਰ ਉਹਨੇ ਕਿਸੇ ਵਿਦਿਆਲਿਆ ਵਿੱਚ ਜਾ ਕੇ ਪੜ੍ਹਾਈ ਨਾ ਕੀਤੀ ਹੋਵੇ, ਕੇਵਲ ਤੇ ਕੇਵਲ ਇੱਕ ਗੁਰੂ ਦਾ ਆਸਰਾ ਤੱਕਿਆ ਹੋਵੇ। ਮੈਂ ਕਈ ਵਾਰੀ ਬੇਨਤੀ ਕਰਦਾ, ਜੇ ਬੱਚਿਆਂ ਨੂੰ ਲੈ ਕੇ ਆਵਾਂਗੇ ਨਾ ਗੁਰੂ ਦੀ ਸ਼ਰਨ ਵਿੱਚ, ਆਪਾਂ ਸੋਚਦੇ ਨੇ ਜੀ ਬੱਚਿਆਂ ਦਾ ਪੇਪਰਾਂ ਦਾ ਸਮਾਂ ਜੀ, ਗੁਰੂ ਕੋਲ ਕੀ ਜਾਣਾ, ਬੱਚੇ ਦਾ ਟਾਈਮ ਪੜ੍ਹ ਲੈਣਗੇ। ਜੇ ਕਿਤੇ ਗੁਰੂ ਨੇ ਬਾਂਹ ਫੜ ਲਈ ਨਾ, ਅੱਜ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰੂ ਰਾਮਦਾਸ ਦੀ ਬਾਂਹ ਫੜੀ ਹੈ।
ਤੁਸੀਂ ਦੇਖਿਓ ਰਾਗੀ ਸਿੰਘਾਂ ਦੇ ਨਾਲ ਕਦੇ ਵਿਚਾਰ ਕਰਕੇ ਦੇਖਿਓ, ਰਾਗੀ ਸਿੰਘਾਂ ਦਾ ਵੀ ਇਹ ਗੱਲ ਇਹ ਕਹਿਣਾ ਕਿ ਜਿਹੜੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਪਾਵਨ ਬਾਣੀ ਹੈ ਨਾ, ਉਹ ਇੰਨੀ ਬਖਸ਼ਿਸ਼ ਭਰੀ ਬਾਣੀ ਹੈ ਕਿ ਅਸੀਂ ਰਾਗਾਂ ਦੇ ਵਿੱਚ ਗਾਈਏ, ਸਾਨੂੰ ਗਾਉਣ ਵਾਸਤੇ ਉਹ ਬਾਣੀ ਗਾਉਣੀ ਮੁਸ਼ਕਲ ਲੱਗਦੀ ਹੈ। ਰਾਗਾਂ ਦੇ ਵਿੱਚ ਫਿੱਟ ਕਰਨੀ ਸਾਨੂੰ ਜਿਹੜੀ ਉਹ ਬਾਣੀ ਹੈ ਉਹ ਮੁਸ਼ਕਲ ਲੱਗਦੀ ਹੈ। ਕਿੱਥੋਂ ਰਹਿਮਤਾਂ ਬਖਸ਼ਿਸ਼ਾਂ ਹੋਈਆਂ? ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਵਿੱਚੋਂ। ਤੇ ਬਾਬਾ ਸੱਤਾ ਜੀ, ਬਾਬਾ ਬਲਵੰਡ ਜੀ ਕਹਿੰਦੇ ਇਹ ਕੋਈ ਕਰਾਮਾਤ ਤੋਂ ਘੱਟ ਨਹੀਂ ਸੀ। ਕੀ ਕੀਤਾ? ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਸਿੱਖਾਂ ਨੇ, ਸੰਗਤਾਂ ਨੇ, ਕੁੱਲ ਜਹਾਨ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਪਾਰ ਬ੍ਰਹਮ ਦਾ ਰੂਪ ਜਾਣ ਕੇ, ਅਕਾਲ ਪੁਰਖ ਦਾ ਰੂਪ ਜਾਣ ਕੇ ਉਹਨਾਂ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਹਨਾਂ ਚਰਨਾਂ ਵਿੱਚ ਸੀਸ ਝੁਕਾਉਣਾ ਸ਼ੁਰੂ ਕਰ ਦਿੱਤਾ। ਫਿਰ ਉਸਤਤ ਵਿੱਚ ਬਿਆਨ ਕਰਦੇ ਨੇ, ਅਟਲ ਅਥਾ ਅਤੋੜ ਤੂੰ। हे ਗੁਰੂ ਰਾਮਦਾਸ ਮਹਾਰਾਜ ਜੀ, ਜਿਹੜਾ ਤੇਰਾ ਰਾਜ ਹੈ ਨਾ, ਇਹ ਅਟਲ ਰਾਜ ਹੈ, ਕੋਈ 10 20 30 ਸਾਲ ਦਾ ਰਾਜ ਨਹੀਂ ਹੈ। ਇਹ ਰਾਜ ਅਟਲ ਹੈ, ਜਿਹਨੂੰ ਕਦੇ ਕੋਈ ਖੋ ਨਹੀਂ ਸਕਦਾ। ਇਹ ਉਹ ਰਾਜ ਹੈ। ਅਖੀਰ ਦੇ ਵਿੱਚ ਬੇਨਤੀ ਕਰਾਂ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਉੱਤੇ ਜਿਹੜੀਆਂ ਬਖਸ਼ਿਸ਼ਾਂ ਹੋਈਆਂ, ਗੁਰਤਾ ਗੱਦੀ ਉੱਤੇ ਸੁਭਾਏ ਮਨ ਹੋ ਕਰਕੇ ਦੁਨੀਆ ਦੇ ਅੰਦਰ ਐਸੇ ਬਚਨ ਬਖਸ਼ਿਸ਼ ਕਰ ਦਿੱਤੇ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਤੋਂ ਪਹਿਲਾਂ ਜਿਹੜੀਆਂ 4 ਲਾਵਾਂ ਨੇ ਉਹਨਾਂ ਦੀਆਂ ਪਾਵਨ ਬਾਣੀ ਅੰਦਰ, ਸੂਹੀ ਰਾਗ ਦੇ ਅੰਦਰ। ਫਿਰ ਬੇਨਤੀ ਕਰਾਂ, ਬਾਣੀ ਦੇ ਵਿੱਚ ਕੋਈ ਮਤਭੇਦ ਨਹੀਂ, ਉਹ 4 ਲਾਵਾਂ ਦਾ ਵੀ ਉਪਦੇਸ਼ ਰੱਬ ਨੂੰ ਪਾਉਣ ਦਾ ਹੀ ਹੈ। ਪਰ ਤੁਸੀਂ ਦੁਨੀਆ ਅੰਦਰ ਕਦੇ ਵਿਚਾਰ ਕੇ ਦੇਖਿਓ, ਉਹ 4 ਲਾਵਾਂ ਜਿਹੜੀਆਂ ਨੇ ਦੁਨੀਆ ਦੇ ਅੰਦਰ ਇੰਨੀ ਬਾਣੀ ਹੈ ਪ੍ਰਚਲਿਤ ਹੋਈ, ਕਿਉਂਕਿ ਉਸ ਤੋਂ ਬਿਨਾ ਕਿਸੇ ਦਾ ਵਿਆਹ ਨਹੀਂ ਹੁੰਦਾ। ਇਦਾਂ ਕਹੀਏ ਕਿ ਜਿੱਦਾਂ ਰਾਮਦਾਸ ਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਵਾਸਤੇ ਸੋਚਿਆ ਜਾਂਦਾ ਸੀ ਨਾ ਵੀ ਇਹਦਾ ਵਿਆਹ ਕਿਹਨੇ ਕਰਨਾ ਹੈ, ਇਹ ਤੇ ਯਤੀਮ ਹੋ ਗਿਆ, ਇਹਦਾ ਕੋਈ ਮਾਤਾ ਪਿਤਾ, ਕੋਈ ਸਾਕ ਸੰਬੰਧੀ ਰਿਸ਼ਤੇਦਾਰ ਕੋਈ ਦੁਨੀਆ ਅੰਦਰ ਹੈ ਹੀ ਨਹੀਂ, ਇਹਦਾ ਵਿਆਹ ਕਿਹਨੇ ਕਰਨਾ ਹੈ। ਅੱਜ ਉਹ ਗੁਰੂ ਦੀ ਪਾਵਨ ਬਾਣੀ ਤੋਂ ਬਿਨਾ, ਹੋ ਸਕਦਾ ਕੋਈ ਆਨੰਦ ਕਾਰਜ ਹੋਵੇ, ਉੱਥੇ ਗੁਰੂ ਨਾਨਕ ਸਾਹਿਬ ਦੀ ਪਾਵਨ ਬਾਣੀ ਦਾ ਇੱਕ ਵੀ ਸ਼ਬਦ ਨਾ ਪੜਿਆ ਜਾਂਦਾ ਹੋਵੇ, ਉੱਥੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਪਾਵਨ ਬਾਣੀ ਨਾ ਪੜ੍ਹੀ ਜਾਂਦੀ ਹੋਵੇ, ਉੱਥੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਸ਼ਬਦ ਨਾ ਪੜ੍ਹਿਆ ਗਿਆ ਹੋਵੇ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਸ਼ਬਦ ਨਾ ਪੜ੍ਹਿਆ ਗਿਆ ਹੋਵੇ, ਪਰ ਕੋਈ ਆਨੰਦ ਕਾਰਜ ਐਸਾ ਨਹੀਂ ਜਿੱਥੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ 4 ਲਾਵਾਂ ਜਿਹੜੀਆਂ ਨਾ ਪੜ੍ਹੀਆਂ ਗਈਆਂ ਹੁਣ, ਉਹ ਆਨੰਦ ਕਾਰਜ ਨਹੀਂ ਹੋ ਸਕਦਾ। ਇੰਨੀ ਵੱਡੀ ਬਖਸ਼ਿਸ਼ ਦੇ ਮਾਲਕ, ਉਹਨਾਂ ਦੀ ਪਾਵਨ ਬਾਣੀ ਤੋਂ ਬਿਨਾ ਅੱਜ ਸਿੱਖ ਦਾ ਆਨੰਦ ਕਾਰਜ ਵੀ ਨਹੀਂ ਹੁੰਦਾ। ਇੱਕ ਇੱਕ ਜੀਵਨ ਦੇ ਵਿੱਚ ਜਿਹੜੀਆਂ ਚੀਜ਼ਾਂ ਨੇ ਨਾ, ਉਹ ਵਿਚਾਰਨ ਯੋਗ ਨੇ। ਜੇ ਘਰ ਨਹੀਂ ਸੀ ਤੇ ਘਰ ਸੋਨੇ ਦਾ ਬਣਾਤਾ। ਜੇ ਦੁਨੀਆ ਧੱਕੇ ਮਾਰਦੀ ਸੀ ਤੇ ਅੱਜ ਉਸ ਥਾਂ ਦੇ ਉੱਤੇ ਕੋਈ ਕਿਸੇ ਨੂੰ ਧੱਕੇ ਨਹੀਂ ਮਾਰਦਾ। ਤੁਸੀਂ ਵਿਚਾਰ ਕੇ ਦੇਖਿਓ, ਕਿਤੇ ਬਾਹਰ ਕੋਈ ਮਨੁੱਖ ਪੈਸੇ ਦੇ ਕੇ ਵੀ ਖਾਣੀ ਹੋਵੇ ਨਾ, ਕਿਨੇ ਪ੍ਰਸ਼ਾਦਾ ਛਕਣਾ ਹੋਵੇ, ਤੇ ਉੱਥੇ ਵੀ ਕਈ ਵਾਰੀ ਮਨੁੱਖ ਨੂੰ ਵੇਟ ਕਰਨੀ ਪੈਂਦੀ ਹੈ, ਕਈ ਵਾਰੀ ਤਰਲੇ ਕਰਨੇ ਪੈਂਦੇ ਨੇ। ਪਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਘਰ ਇੱਕੋ ਇੱਕ ਦੁਨੀਆ ਦੇ ਅੰਦਰ ਐਸਾ ਹੈ ਜਿੱਥੇ ਛਕਣ ਵਾਲੇ ਨੂੰ ਤਰਲੇ ਨਹੀਂ ਕਰਨੇ ਪੈਂਦੇ, ਛਕਾਉਣ ਵਾਲੇ ਤਰਲੇ ਕਰਦੇ ਨੇ ਕਿ ਭੜਿਓ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੇ ਵਿੱਚ ਆਇਓ ਤੇ ਲੰਗਰ ਜ਼ਰੂਰ ਛਕ ਕੇ ਜਾਇਓ। ਇੰਨੀਆਂ ਬਖਸ਼ਿਸ਼ਾਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਤੇ ਗੁਰੂ ਅਮਰਦਾਸ ਮਹਾਰਾਜ ਜੀ ਦੀਆਂ ਹੋਈਆਂ ਤੇ ਗੁਰਤਾ ਗੱਦੀ ਉੱਤੇ ਸੁਭਾਈਮਾਨ ਹੋ ਕਰਕੇ ਦੁਨੀਆ ਨੂੰ ਸੱਚ ਦਾ ਉਪਦੇਸ਼ ਬਖਸ਼ ਕੀਤਾ। 30 ਰਾਗਾਂ ਦੇ ਵਿੱਚ 647 ਸ਼ਬਦ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਇਹ ਪਾਵਨ ਬਾਣੀ ਬਖਸ਼ ਕੀਤੀ। ਅੰਮ੍ਰਿਤਸਰ ਸਾਹਿਬ ਨਗਰ ਵਸਾਇਆ ਤੇ ਜਿਹੜਾ ਜਿਸ ਤਲਾਬ ਦੇ ਵਿੱਚ, ਜਿਸ ਸਰੋਵਰ ਦੇ ਵਿੱਚ ਆਪਾਂ ਜਾ ਕੇ ਇਸ਼ਨਾਨ ਕਰਦੇ ਹਾਂ, ਉਹ ਜਿਹੜਾ ਸਰੋਵਰ ਹੈ ਉਹ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਰਹਿਮਤ ਹੈ। ਇੱਕ ਇੱਕ ਪਲ ਜੀਵਨ ਦਾ ਵਿਚਾਰਨ ਵਾਲਾ ਹੈ। ਪਿਛਲੇ ਸਮੇਂ ਤੋਂ ਲੈ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਜੀਵਨ ਨੂੰ ਵਿਚਾਰਨ ਦਾ ਯਤਨ ਕੀਤਾ ਹੈ। ਕੱਲ ਤੋਂ ਲੈ ਕੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣੇ ਨੇ।
ਤੇ 22 ਤਰੀਕ ਦੇ ਦੀਵਾਨਾਂ ਦੇ ਵਿੱਚ ਫਿਰ ਇੱਕ ਵਾਰ ਸਤਿਗੁਰਾਂ ਦੇ ਸ਼ੁਰੂ ਤੋਂ ਲੈ ਕੇ ਜੀਵਨ ਦੀ ਜਿਹੜੀ ਪੂਰੇ ਜੀਵਨ ਦਾ ਜਿਹੜਾ ਨਿਚੋੜ ਹੈ ਉਹ ਕੋਸ਼ਿਸ਼ ਕਰਾਂਗੇ ਉਹਨਾਂ ਦੀਵਾਨਾਂ ਦੇ ਵਿੱਚ ਸਾਂਝਾ ਕਰਨ ਦਾ। ਤੋ ਬੇਨਤੀ ਹੈ ਕਿ ਵੀਡੀਓ ਜਿਹੜੀਆਂ ਨੇ ਗੁਰੂ ਸਾਹਿਬ ਜੀ ਦੇ ਪਾਵਨ ਜੀਵਨ ਦੀਆਂ ਇਹ ਹੌਲੀ ਹੌਲੀ ਤੁਹਾਡੇ ਤੱਕ ਪਹੁੰਚ ਰਹੀਆਂ। 4 ਪਾਰਟ ਤੱਕ ਤੁਹਾਡੇ ਕੋਲ ਸ਼ਾਇਦ ਵੀਡੀਓ ਪਹੁੰਚ ਚੁੱਕੀਆਂ ਹੋਣਗੀਆਂ। YouTube ਤੇ ਚੈਨਲ ਹੈ ਭਾਈ ਗੁਰਦੀਪ ਸਿੰਘ ਜੀ ਦੇ ਨਾਮ ਤੇ ਉਸ ਤੋਂ ਆਪ ਜੀ ਇਹ ਸਰਵਣ ਕਰ ਸਕਦੇ ਹੋ ਤੇ ਜਿਹੜੇ ਅਗਲੇ ਪਾਰਟ ਨੇ ਉਹ ਵੀ ਹੌਲੀ ਹੌਲੀ ਕਰਕੇ ਆਪ ਜੀ ਤੱਕ ਪਹੁੰਚਾਏ ਜਾਣਗੇ। ਮਕਸਦ ਇੱਕ ਹੀ ਹੈ ਕਿ ਜਿਹੜੇ ਆਪਾਂ ਗੁਰੂ ਚਰਨਾਂ ਦੇ ਵਿੱਚ ਨਹੀਂ ਪਹੁੰਚ ਸਕਦੇ, ਸਵੇਰ ਦਾ ਹੁਕਮਨਾਮਾ ਰਿਕਾਰਡ ਕਰਕੇ ਸੰਗਤਾਂ ਤੱਕ ਪਹੁੰਚਾਇਆ ਜਾਂਦਾ ਹੈ। ਤਕਰੀਬਨ 350-400 ਸੰਗਤ ਹੈ ਜਿਨ੍ਹਾਂ ਦੇ ਤੱਕ ਸਵੇਰ ਦਾ ਹੁਕਮਨਾਮਾ ਜਿਹੜਾ ਹੈ ਉਹ ਪਹੁੰਚਾਇਆ ਜਾਂਦਾ ਹੈ। ਇਹ ਹੀ ਹੈ ਵਿਚਾਰ ਕਿ ਜਿਹੜੇ ਨਹੀਂ ਗੁਰੂ ਘਰ ਦੇ ਵਿੱਚ ਆ ਸਕਦੇ, ਕਈਆਂ ਨੂੰ ਸੁਣ ਕੇ ਪਿਆਸ ਲੱਗ ਜਾਂਦੀ ਹੈ, ਕਈਆਂ ਨੂੰ ਸੁਣ ਕੇ ਪਿਆਸ ਲੱਗ ਜਾਂਦੀ ਹੈ ਵੀ ਗੁਰੂ ਘਰ ਦੇ ਵਿੱਚ ਆ ਕੁਝ ਹੋ ਰਿਹਾ। ਬੜੇ ਐਸੇ ਜੀਵ ਜਿਹੜੇ ਕਹਿੰਦੇ ਜੀ ਅਸੀਂ ਹੁਕਮਨਾਮਾ ਸੁਣਿਆ ਤੇ ਮਨ ਨੂੰ ਖਿੱਚ ਪਈ, ਅਸੀਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਨਿਤਾ ਪ੍ਰਤੀ ਆਉਣਾ ਸ਼ੁਰੂ ਕਰ ਦਿੱਤਾ ਹੈ। ਸੋ ਮਕਸਦ ਇੱਕ ਹੀ ਹੈ ਕਿ ਆਪਾਂ ਸਾਰੇ ਜਣੇ ਮਿਲ ਕੇ ਆਪ ਬਾਣੀ ਨੂੰ ਪੜ੍ਹੀਏ, ਆਪ ਇਤਿਹਾਸ ਨੂੰ ਵਿਚਾਰੀਏ, ਆਪਣੇ ਘਰਾਂ ਦੇ ਵਿੱਚ ਗੁਰੂ ਸਾਹਿਬਾਂ ਦੀ ਚਲਾਈ ਹੋਈ ਪਵਿੱਤਰ ਮਰਿਆਦਾ ਨੂੰ ਲਾਗੂ ਕਰੀਏ ਤਾਂ ਜੋ ਕਿ ਸਾਡਾ ਇਹ ਮਨੁੱਖਾ ਜੀਵਨ ਜਿਹੜਾ ਹੈ ਇਹ ਸਫਲਾ ਹੋ ਸਕੇ, ਅਸੀਂ ਗੁਰੂ ਸਾਹਿਬ ਜੀ ਦੇ ਲਿਖੇ ਇਸ ਜੀਵਨ ਨੂੰ ਲਾ ਸਕੀਏ। ਹੋਈਆਂ ਬੇਅੰਤ ਭੁੱਲਾਂ ਤੋਂ ਖਿਮਾ ਬਖਸ਼ਣੀ ਜੀ। ਆਈਆਂ ਹੋਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ, ਕੱਲ ਸਵੇਰੇ ਠੀਕ 4 ਵਜੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕੀਤੇ ਜਾਣੇ ਨੇ। ਤੋ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਸਾਡੇ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ